ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਨਮ ਮਰਨ ਦੋਹ ਮੈਂ ਨਾਹੀ। ਜਨ ਪਾਰੀ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ। ਹਰ ਸਿਉ ਲੈਨ ਮਿਲਾਏ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਭ ਸੰਗਤਾਂ ਸ੍ਰੀ ਮਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਸੰਗੀਤ ਅਕੈਡਮੀ ਗੱਤਕਾ ਕਲੱਬ ਵਿਖੇ ਸੋ ਸਤਿਗੁਰਾਂ ਦੇ ਦਰਬਾਰ ਅੰਦਰ ਕੱਲ ਦੇ ਰੋਜ਼ ਤੋਂ ਮਹਾਂਪੁਰਖਾਂ ਦੇ ਜੀਵਨ ਦੀ ਜੋ ਕਥਾ ਹੈ, ਜੋ ਜੀਵਨ ਹੈ, ਉਹ ਸਰਵਣ ਕਰ ਰਹੇ ਹੋ। ਅੱਜ ਦੂਸਰੇ ਦਿਨ ਆਪ ਸੰਗਤਾਂ ਇਕੱਤਰ ਹੋਏ ਹੋ ਮਹਾਂਪੁਰਖਾਂ ਦਾ ਜੀਵਨ ਸਰਵਣ ਕਰਨ ਵਾਸਤੇ। ਆਪ ਜੀ ਨੇ ਕੱਲ ਸਰਵਣ ਕੀਤਾ ਸੀ ਕਿ ਮਹਾਂਪੁਰਖਾਂ ਦਾ ਦੇਸੂ ਮਲਕਾਣੇ ਨਗਰ ਵਿੱਚ ਮਾਲਵੇ ਵਿੱਚ ਜਨਮ ਹੋਇਆ ਹੈ ਤੇ ਪਿਤਾ ਸਰਦਾਰ ਨਿਹਾਲ ਸਿੰਘ ਜੀ ਨੇ ਆਪਣੇ ਸੁਪੁੱਤਰ ਨੂੰ ਛੋਟੀ ਉਮਰ ਵਿੱਚ ਹੀ ਨਗਰ ਦੇ ਹੀ ਗਿਆਨੀ ਸਿੰਘ ਮਹਾਤਮਾ ਬਾਬਾ ਪੂਰਨ ਸਿੰਘ ਜੀ ਦੇ ਪਾਸ ਪੜ੍ਹਨ ਵਾਸਤੇ ਭੇਜਦੇ ਹਨ, ਜਿੱਥੋਂ ਉਹਨਾਂ ਨੇ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਹੈ। ਪੰਜਾਬੀ ਲਿਖਣੀ ਸਿੱਖੀ ਹੈ, ਗੁਰਮੁਖੀ ਪੜ੍ਹਨੀ ਸਿੱਖੀ ਹੈ। ਕੁਝ ਵਿਦਾਂਤ ਦੇ ਗ੍ਰੰਥ ਪੜ੍ਹੇ ਹਨ, ਜਿਵੇਂ ਸਾਰ ਕਿਤਾਬਲੀ, ਭਾਵ ਰਸਾ ਅੰਮ੍ਰਿਤ। ਉਪਰੰਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਆਦਿ ਸਤਿਗੁਰਾਂ ਦੀ ਗੁਰਬਾਣੀ ਜਿਹੜੀ ਹੈ ਗੁਟਕੇ ਸਾਹਿਬ ਤੋਂ ਪੋਥੀਆਂ ਤੋਂ ਪੜ੍ਹ ਕੇ ਸੰਪੂਰਨ ਕਰਕੇ 12 ਸਾਲ ਦੇ ਹੋਏ ਹਨ ਤੇ ਮਿੱਠਾ ਬੋਲਣਾ, ਪ੍ਰੇਮ ਵਾਲਾ ਸੁਭਾਅ, ਸੰਤੋਖੀ ਤੇ ਗੁਰਸਿੱਖਾਂ ਵਾਂਗ ਰਹਿੰਦੇ ਹਨ। ਛੋਟੀ ਉਮਰ ਤੋਂ ਹੀ ਰਹਿਤ ਬਹਿਤ ਵਾਲੇ ਹਨ। ਜਿਹੜੇ ਗਿਆਨੀ ਪੂਰਨ ਸਿੰਘ ਜੀ ਸਨ ਨਗਰ ਦੇ ਦੇਸੂ ਮਲਕਾਣੇ ਦੇ ਮਹਾਤਮਾ, ਉਹ ਵੀ ਇਹਨਾਂ ਦੇ ਬੜੇ ਖੁਸ਼ ਹਨ। ਉਹਨਾਂ ਦੀ ਸਲਾਹ ਦੇ ਨਾਲ ਇਹਨਾਂ ਦੇ ਪਿਤਾ ਮਹਾਂਪੁਰਖਾਂ ਦੇ ਜਿਹੜੇ ਪਿਤਾ ਸੀ ਬਾਬਾ ਨਿਹਾਲ ਸਿੰਘ ਜੀ, ਉਹ ਮਹਾਂਪੁਰਖਾਂ ਨੂੰ 12 ਸਾਲ ਦੀ ਉਮਰ ਵਿੱਚ ਪਿੰਡ ਘੜਿਆਲ ਜ਼ਿਲ੍ਹਾ ਜਲੰਧਰ ਵਿਖੇ ਲੈ ਕੇ ਆਏ। ਇੱਥੇ ਮਹਾਂਪੁਰਖਾਂ ਦੇ ਪਾਸ ਛੱਡ ਗਏ। ਬਾਬਾ ਗੇਂਦਾ ਸਿੰਘ ਜੀ ਸੀ ਇੱਥੇ ਜਿਹੜੇ ਗਿਆਨੀ ਸਨ, ਇੱਥੋਂ ਦੇ ਮਹਾਤਮਾ, ਤੇ ਉਹਨਾਂ ਦੇ ਪਾਸੋਂ ਆਪ ਜੀ ਨੇ ਪਹਿਲਾਂ 1.5 ਸਾਲ ਦੇ ਵਿੱਚ ਅਰਥਾਂ ਸਮੇਤ ਗੁਰਬਾਣੀ ਪੜ੍ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਉਪਰੰਤ ਮਹਾਂਪੁਰਖਾਂ ਨੇ ਸ੍ਰੀ ਨਾਨਕ ਪ੍ਰਕਾਸ਼, ਗੁਰਪ੍ਰਤਾਪ ਸੂਰਜ, ਉਪਰੰਤ ਪੰਥ ਪ੍ਰਕਾਸ਼ ਕਥਾ ਜਿਹੜੀ ਹੈ ਉਹ ਸਾਰੀ ਪੜ੍ਹਾਈ ਹੈ। ਉਪਰੰਤ ਕੀਰਤਨ ਵੀ ਸਿਖਾਇਆ ਹੈ। ਧਾਰਨਾ ਦੇ ਰੂਪ ਵਿੱਚ ਆਪ ਜੀ ਸ਼ਬਦ ਪੜ੍ਹਦੇ ਸਨ, ਜਿਵੇਂ ਉੱਥੇ ਉਸਤਾਦ ਸਿਖਾਉਂਦੇ ਸਨ, ਤੇ ਉਹ ਕੀਰਤਨ ਵੀ ਸਿੱਖਿਆ। ਧਾਰਨਾ ਦੇ ਨਾਲ ਕੀਰਤਨ ਕਰਿਆ ਕਰਦੇ ਸਨ, ਨਾਲ ਗੁਰਬਾਣੀ ਦੀ ਕਥਾ ਕਰਿਆ ਕਰਦੇ ਸਨ। ਸੰਗਤਾਂ ਬੜੇ ਆਨੰਦ ਨਾਲ ਇਹਨਾਂ ਦੇ ਪਾਸੋਂ ਕਥਾ ਕੀਰਤਨ ਸਰਵਣ ਕਰਦੀਆਂ ਹਨ। 18 ਸਾਲ ਦੀ ਉਮਰ ਤੱਕ ਆਪ ਜੀ ਸਿੱਖਦੇ ਰਹੇ, ਉਪਰੰਤ ਉੱਥੇ ਅਭਿਆਸ ਕਰਦੇ ਰਹੇ। 20 ਸਾਲ ਦੀ ਉਮਰ ਤੱਕ 8 ਸਾਲ ਲਗਾਤਾਰ ਰਹਿ ਕੇ 20 ਸਾਲ ਦੀ ਉਮਰ ਤੱਕ ਆਪ ਜੀ ਨੇ ਅਭਿਆਸ ਕੀਤਾ ਹੈ ਗੁਰਬਾਣੀ ਦਾ, ਕੀਰਤਨ ਦਾ। ਨਾਲ ਸੰਗਤਾਂ ਨੂੰ ਸਰਵਣ ਕਰਾਉਂਦੇ ਹਨ, ਵਿਰਾਗ ਵਿੱਚ ਵੀ ਆ ਜਾਂਦੇ ਹਨ। ਜੋ ਜੋ ਪੜ੍ਹਦੇ ਹਨ, ਪੜ੍ਹਾਉਂਦੇ ਹਨ, ਸਰਵਣ ਕਰਦੇ ਹਨ, ਕਰਾਉਂਦੇ ਹਨ, ਉਹ ਆਪਣੇ ਮਨ ਤੇ ਧਾਰਨ ਕਰਦੇ ਹਨ, ਹਿਰਦੇ ਵਿੱਚ ਵਸਾਉਂਦੇ ਹਨ। ਗੁਰਬਾਣੀ ਪੜ੍ਹਨ ਪੜ੍ਹਾਉਣ ਨਾਲ ਇੰਨਾ ਪਿਆਰ ਹੋ ਗਿਆ, ਵਿਰਾਗ ਵਿੱਚ ਆ ਜਾਂਦੇ ਹਨ। ਕੀਰਤਨ ਦੇ ਭੋਗ ਤੋਂ ਉਪਰੰਤ
ਕਈ ਵਾਰ ਇਕਾਂਤ ਵਿੱਚ ਜਾ ਕੇ ਸਾਰੀ ਸਾਰੀ ਦਿਹਾੜੀ ਬਤੀਤ ਕਰ ਦਿੰਦੇ ਹਨ। ਕਈ ਵਾਰ ਕੀਰਤਨ ਕਰਦਿਆਂ ਵੀ ਵੈਰਾਗੀ ਹੋ ਜਾਂਦੇ ਹਨ। ਸੋ ਮਹਾਂਪੁਰਖਾਂ ਦੇ ਐਸੀ ਦਸ਼ਾ ਹੈ ਜਿਹੜੀ ਚੜ੍ਹਦੀ ਜਵਾਨੀ ਦੇ ਵਿੱਚ ਹੀ ਮਹਾਂਪੁਰਖਾਂ ਨੂੰ ਪ੍ਰੇਮ ਪੈ ਗਿਆ। ਸੋ ਇਹ ਦਸ਼ਾ ਜਿਹੜੀ ਹੈ ਨਾ, ਇਹ ਐਸੀ ਹੈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਸੋ ਇਹ ਅਵਸਥਾ ਜਿਹੜੀ ਹੈ ਇਹ ਜਿਹਦੇ ਨਾਲ ਹੁੰਦੀ ਹੈ ਇਹ ਉਹਨਾਂ ਨੂੰ ਹੀ ਪਤਾ ਹੁੰਦਾ ਹੈ। ਕੱਲਿਆਂ ਬੈਠਣਾ ਤੇ ਬੈਠ ਕੇ ਪਿਸ ਪਸਾਂਦੇ ਰਹਿਣਾ, ਰਾਤ ਵੇਲੇ ਇਕਾਂਤ ਵਿੱਚ ਜਾਗਣਾ, ਬੇਬਸੀ ਦੀ ਹਾਲਤ ਵਿੱਚ ਕਈ ਵਾਰ ਪਰਮੇਸ਼ਰ ਨੂੰ ਯਾਦ ਕਰਕੇ ਰੋਂਦਿਆਂ ਰਹਿਣਾ, ਆਪਣੀ ਐਸੀ ਬੇਖੁਦੀ ਦੀ ਹਾਲਤ ਨੂੰ ਲੋਕਾਂ ਦੇ ਸਾਹਮਣੇ ਆਉਣ ਤੋਂ ਵੀ ਲੁਕਾਉਣਾ ਵੀ ਕਿਸੇ ਨੂੰ ਦਿਸੇ ਨਾ ਵੀ ਅਸੀਂ ਉਹ ਪਰਮੇਸ਼ਰ ਨੂੰ ਯਾਦ ਕਰਦੇ ਵੈਰਾਗੀ ਹੋ ਜਾਂਦੇ ਆ, ਕਿਸੇ ਨੂੰ ਵੀ ਨਾ ਪਤਾ ਲੱਗੇ। ਲੁਕਾਉਣ ਤੇ ਕੋਸ਼ਿਸ਼ ਵੀ ਕਰਦੇ ਪਰ ਲੋਕ ਨਹੀਂ ਸਕਦਾ। ਉਹ ਗੁਰੂ ਜੀ ਦਾ ਵਾਕ ਹੈ, ਜਿਨ ਇਹ ਚਾਕੀ ਸੋਈ ਜਾਣੇ, ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੁਕੇ ਨਾਹੀ, ਜੇ ਕੋ ਰੱਖੇ ਲੁਕਾਈ। ਭਾਵੇਂ ਕਿੰਨਾ ਵੀ ਮਨੁੱਖ ਲੁਕਾਉਣ ਦਾ ਯਤਨ ਕਰੇ, ਨਹੀਂ ਲੁਕਾ ਕੇ ਰੱਖ ਸਕਦਾ। ਸੰਗਤਾਂ ਨੂੰ ਜਦੋਂ ਇਹ ਐਸਾ ਪ੍ਰੇਮ ਵੇਖ ਕੇ ਗੁਰਬਾਣੀ ਪੜ੍ਹਨ ਦੇ ਨਾਲ, ਪੜ੍ਹਾਉਣ ਦੇ ਨਾਲ, ਮਹਾਂਪੁਰਖਾਂ ਦੇ ਨਾਲ ਬੜਾ ਪ੍ਰੇਮ ਪੈ ਗਿਆ ਸਾਰੀਆਂ ਸੰਗਤਾਂ ਦਾ। ਅਜੇ 20 ਸਾਲ ਦੀ ਉਮਰ ਹੈ, ਪਰ ਐਸੀ ਜਿਹੜੀ ਅਵਸਥਾ ਹੈ ਨਾ, ਇਹਦਾ ਵਾਪਰਨਾ ਵੀ ਇੱਕ ਇਲਾਹੀ ਦਾਤ ਹੈ। ਇਹ ਹਰੇਕ ਨੂੰ ਥੋੜਾ ਪ੍ਰਾਪਤ ਹੁੰਦੀ ਹੈ। ਇਹ ਜਿਨ੍ਹਾਂ ਦੇ ਪੂਰਬਲੇ ਭਾਗ ਹੋਣ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਜੋ ਮਹਾਂਪੁਰਖਾਂ ਨੂੰ ਇਹ ਦਾਤ ਪ੍ਰਾਪਤ ਹੋ ਰਹੀ ਹੈ, ਜਿਸ ਨੂੰ ਦਾਤ ਕਰੇ ਸੋ ਪਾਏ, ਜਨ ਨਾਨਕ ਅਵਰ ਨ ਕੋਈ। ਇਹ ਵਿਰਲਿਆਂ ਨੂੰ ਪ੍ਰਾਪਤ ਹੁੰਦੀ ਹੈ ਜੋ ਮਹਾਂਪੁਰਖਾਂ ਨੂੰ ਦਾਤ ਪ੍ਰਾਪਤ ਹੁੰਦੀ ਹੈ। ਸੋ ਇਸ ਤਰ੍ਹਾਂ ਮਹਾਂਪੁਰਖ ਜਿਹੜੇ ਆ ਉਹ ਵਿਚਾਰ ਕਰਦੇ ਆ, ਤੀਬਰ ਵਿਰਾਗ ਵਿੱਚ ਕਈ ਜਿਹੜੇ ਸਾਧੂ ਆ ਉਹ ਇਦਾਂ ਘਰ-ਬਾਰ ਛੱਡ ਦਿੰਦੇ ਆ। ਮਹਾਂਪੁਰਖ ਨੂੰ ਵਿਚਾਰ ਕਰਦੇ ਆ ਵੀ ਅੱਗੇ ਕੀ ਕੀਤਾ ਜਾਵੇ। ਹੁਣ 20 ਸਾਲ ਦੀ ਉਮਰ ਹੋ ਗਈ ਹੈ, ਗੁਰਬਾਣੀ ਪੜ੍ਹ ਲਈ ਹੈ, ਹੁਣ ਪੜ੍ਹਾਉਂਦੇ ਵੀ ਹਨ, ਸਿਖਾਉਂਦੇ ਵੀ ਹਨ, ਸੰਗਤਾਂ ਨੂੰ ਵੀ ਸਰਵਣ ਕਰਵਾਉਂਦੇ ਹਨ, ਅੱਗੇ ਕੀ ਕੀਤਾ ਜਾਵੇ। ਹੁਣ 20 ਸਾਲ ਦੀ ਉਮਰ ਹੈ, ਇਹ ਗੁਰੂ ਗਿਆਨ ਦੀ ਪ੍ਰਾਪਤੀ ਤੋਂ ਮਗਰੋਂ 2 ਸਾਲ ਇੱਥੇ ਰਹਿ ਕਰਕੇ ਜਦੋਂ ਇਸ ਤਰ੍ਹਾਂ ਬਿਹਬਲਤਾ ਦੀ ਹਾਲਤ ਵਿੱਚ ਡੇਰੇ ਦੀ ਸੇਵਾ ਕਰਦੇ ਰਹੇ ਤੇ ਪ੍ਰਸ਼ਾਦਾ ਛਕਦੇ ਆਪਣੇ ਵਿਦਿਆ ਗੁਰੂ ਸੰਤ ਗੇਂਦਾ ਸਿੰਘ ਪਾਸ ਰਹੇ, ਜਿਨ੍ਹਾਂ ਤੋਂ ਵੱਧ ਕੇ ਇਹਨਾਂ ਦੀ ਅਗਵਾਈ ਹੋਰ ਕੋਈ ਨਹੀਂ ਸੀ ਕਰ ਸਕਦਾ। ਐਸੀ ਜਦੋਂ ਹਾਲਤ ਹੋਵੇ ਨਾ, ਉਦੋਂ ਉਸਤਾਦ ਚੰਗਾ ਹੋਵੇ, ਉਹ ਸਾਂਭ ਲੈਂਦਾ ਏ, ਉਹ ਸਮਝਾ ਲੈਂਦਾ ਏ। ਜੇ ਸਮਝਾਉਣ ਵਾਲਾ ਉਸਤਾਦ ਨਾ ਹੋਵੇ, ਕਈ ਜਾਣੇ ਜੰਗਲਾਂ ਨੂੰ ਜਾ ਕੇ ਸਾਧੂ ਬਣ ਜਾਂਦੇ। ਸਾਧੂ ਬਣਨਾ ਕੋਈ ਬੁਰੀ ਗੱਲ ਨਹੀਂ ਹੈ, ਚੰਗੀ ਗੱਲ ਹੈ, ਪਰ ਇਹ ਨਾ ਹੋਵੇ ਕਿ ਪਹਿਲਾ ਮਨੁੱਖ ਜਿਹੜਾ ਸਾਧੂ ਬਣ ਗਿਆ ਤੇ ਬਾਅਦ ਵਿੱਚ ਤਿਆਗੀ ਬਣ ਕੇ ਘਰ-ਬਾਰ ਛੱਡ ਕੇ ਚਲੇ ਗਿਆ, ਤੇ ਉਦੋਂ ਬਾਅਦ ਵਿੱਚ ਜਦੋਂ ਸਮਾਂ ਆਇਆ ਤੇ ਉਹ ਸੰਭਲ ਵੀ ਨਾ ਸਕਿਆ। ਫਿਰ ਉਹਨਾਂ ਹੀ ਵਲਵਲਿਆਂ ਦੇ ਵਿੱਚ ਫਸ ਗਿਆ। ਜਦੋਂ ਇਹ ਅਵਸਥਾ ਜਿਹੜੀ ਹੈ ਨਾ, ਮਨੁੱਖ ਸਾਧੂ ਬਣ ਗਿਆ, ਜਦੋਂ ਅਵਸਥਾ ਹਟ ਜਾਂਦੀ ਹੈ, ਤੀਬਰ ਵਿਰਾਗ ਵਿੱਚ ਪਹਿਲਾਂ ਘਰ-ਬਾਰ ਛੱਡ ਦੇਣ ਵਾਲੇ, ਤੇ ਉੱਤੋਂ ਜਦੋਂ ਉਕਤ ਅਵਸਥਾ ਹਟ ਜਾਂਦੀ ਹੈ ਨਾ, ਤੇ ਉਹ ਮਾਇਕੀ ਚੱਕਰ ਦੇ ਖੱਡੇ ਵਿੱਚ ਫਿਰ ਉਹ ਮਨੁੱਖ ਐਸਾ ਡਿੱਗਦਾ, ਫਿਰ ਸੰਭਲ ਨਹੀਂ ਸਕਦਾ, ਦੋਵਾਂ ਤਰਫਾਂ ਤੋਂ ਰਹਿ ਜਾਂਦਾ। ਆਪ ਜੀ ਨੇ ਕਈ ਮਨੁੱਖ ਵੇਖੇ ਹੋਣਗੇ ਸਾਧੂ ਤੇ ਬਣੇ ਆ, ਘਰ-ਬਾਰ ਵੀ ਛੱਡੇ ਆ, ਤੇ ਮਾਇਆ ਦਾ ਲਾਲਚ ਫਿਰ ਓਨਾ ਹੀ ਹੈ, ਉਹ ਫਿਰ ਨਹੀਂ ਛੱਡਦਾ। ਫਿਰ ਪਿੱਛੇ ਆਪਣੇ ਪਰਿਵਾਰਾਂ ਨੂੰ ਕਹਿੰਦੇ ਵੀ ਜਿਹੜੇ ਪਿੱਛੇ ਪਰਿਵਾਰ ਆ ਉਹਨਾਂ ਨੂੰ ਕੁਝ ਨਾ ਕੁਝ ਦੇ ਕੇ ਆਈਏ, ਫਿਰ ਉਹਨਾਂ ਦਾ ਸੋਚਦੇ ਆ। ਤੇ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਹੈ, ਭਗਤ ਕਬੀਰ ਜੀ ਕਹਿੰਦੇ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀ ਤਾਂ ਕਰ ਬੈਰਾਗ। ਜੇ ਤਾਂ ਤੂੰ ਗ੍ਰਸਤੀ ਬਣਨਾ ਹੈ ਤੇ ਧਰਮ ਦੀ ਕਮਾਈ ਕਰ, ਤੇ ਜੇ ਨਹੀਂ ਗ੍ਰਸਤੀ ਬਣਨਾ, ਬੈਰਾਗੀ ਹੋਣਾ, ਸਾਧੂ ਬਣਨਾ ਤਾਂ ਵੀ ਠੀਕ ਹੈ। ਬੈਰਾਗੀ ਬੰਧਨ ਕਰੇ ਤਾਕੋ ਵੱਡੋ ਭਾਗ।
ਤੇ ਜੇ ਸਾਧੂ ਬਣ ਕੇ ਤੇ ਫਿਰ ਬੰਧਨਾਂ ਵਿੱਚ ਹੀ ਪੈਣਾ ਹੈ ਤੇ ਫਿਰ ਉਦੋਂ ਵੱਡੇ ਮਾੜੇ ਭਾਗ ਕੋਈ ਨਹੀਂ ਹਨ। ਸਾਧੂ ਬਣਨਾ ਮਾੜੀ ਗੱਲ ਨਹੀਂ। ਮਹਾਂਪੁਰਖ ਵਿਚਾਰ ਕਰਦੇ ਕਿ ਸਾਧੂ ਬਣ ਕੇ ਗ੍ਰਸਤੀ ਬਣਿਆ ਜਾਵੇ ਜਾਂ ਭੰਗਮੀ ਰਿਹਾ ਜਾਵੇ। ਇਹ ਮਹਾਂਪੁਰਖ ਵਿਚਾਰ ਕਰ ਰਹੇ ਆ ਸੰਤ ਜੀ। ਇੱਥੇ ਡੇਰੇ ਵਿੱਚ ਘੜਿਆਲ ਪਿੰਡ ਵਿੱਚ ਰਹਿੰਦਿਆਂ ਹੋਇਆਂ ਮਹਾਂਪੁਰਖਾਂ ਦੇ ਪਾਸ ਸੋ ਜਿਨ੍ਹਾਂ ਦੇ ਪਾਸ ਸੰਤ ਬਾਬਾ ਜੀ ਇਹਨਾਂ 'ਚ ਰਹੇ ਸੀਗੇ, ਹੁਣ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਇਹਨਾਂ ਨੂੰ ਪੜ੍ਹਾ ਕੇ ਇੰਨੇ ਜੋਗਾ ਕਰ ਦਿੱਤਾ ਹੈ ਕਿ ਇਹ ਆਪ ਵਿਚਾਰ ਕਰ ਸਕਦੇ ਹਨ। ਕਿਉਂਕਿ 8 ਸਾਲ ਲਗਾਤਾਰ ਸੰਤ ਮਹਾਂਪੁਰਖ ਬਾਬਾ ਗੇਂਦਾ ਸਿੰਘ ਜੀ ਨੇ ਮਹਾਂਪੁਰਖਾਂ ਨੂੰ ਪੜ੍ਹਾਇਆ ਹੈ, ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ। ਹੁਣ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਵਿਚਾਰ ਆਪਣੀ ਆਪ ਕਰ ਸਕਦੇ ਆ, ਇਹ ਆਪਣੇ ਆਉਣ ਵਾਲੇ ਜੀਵਨ ਬਾਰੇ ਵਿਚਾਰ ਸਕਦੇ ਆ। ਸੁਣੋ ਮਹਾਂਪੁਰਖ ਵਿਚਾਰ ਕਰਦੇ ਆ, ਕਹਿੰਦੇ ਵੀ ਜੇ ਤੇ ਮੈਂ ਗ੍ਰਸਤੀ ਬਣ ਜਾਵਾਂ ਜਾਂ ਵਿਹੰਗਮੀ ਰਹਾਂ, ਫਿਰ ਸੋਚਦੇ ਹਨ, ਮਨ ਵਿੱਚ ਵਿਚਾਰ ਕਰਦੇ ਆ ਵੀ ਇੱਕ ਪੱਖ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ, ਦੋਹਾਂ ਬੰਨਿਆਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਇਸ ਲਈ ਆਪਣੇ ਭਵਿੱਖ ਨੂੰ ਵਿਚਾਰਦੇ ਹੋਏ ਮਹਾਂਪੁਰਖਾਂ ਨੇ ਨਿਰਣਾ ਕੀਤਾ, ਕਹਿੰਦੇ ਵੀ ਇਦਾਂ ਕਰੀਏ ਵੀ ਸੰਸਾਰੀ ਜਿਹੜੀ ਸੰਗਤ ਹੈ ਨਾ, ਸੰਸਾਰੀ ਜਿਹੜੇ ਲੋਕ ਹਨ, ਇਹਨਾਂ ਨੂੰ ਕਥਾ ਕੀਰਤਨ ਰਾਹੀਂ ਗੁਰੂ ਨਾਨਕ ਦਾ ਸੁਨੇਹਾ ਦੇ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੇ ਪ੍ਰਮਾਤਮਾ ਦਾ ਮਾਰਗ ਦਰਸਾਇਆ ਜਾ ਸਕਦਾ ਹੈ। ਇਹ ਬੜਾ ਵੱਡਾ ਉਪਕਾਰ ਹੈ। ਤੇ ਗ੍ਰਸਤੀ ਨਾ ਹੋਈਏ ਤੇ ਆਪ ਵਿਹੰਗਮ ਰਹਿ ਕਰਕੇ ਸੰਸਾਰੀ ਜਿਹੜੇ ਸੰਗਤ ਹੈ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸੁਣਾਇਆ ਜਾਵੇ। ਇਹ ਬਚਨ ਸੰਤ ਮਹਾਂਪੁਰਖਾਂ ਨੇ ਆਪ ਦੱਸਿਆ। ਕਹਿੰਦੇ ਕਿ ਜਿਹੜਾ ਧੰਨਵਾਨ ਮਨੁੱਖ ਹੈ ਨਾ, ਜਿਹੜਾ ਧੰਨਵਾਨ ਗ੍ਰਸਤੀ ਹੈ, ਉਹ ਜੇ ਕਿਸੇ ਤੇ ਤਰਸਵਾਨ ਹੋਵੇ ਤੇ ਉਹ ਤਰਸਵਾਨ ਹੋ ਕਰਕੇ ਤੇ ਮਾਇਆ ਦੇ ਨਾਲ ਕਿਸੇ ਨੂੰ ਕੋਈ ਦੁਖੀ ਹੋਵੇ ਦੀ ਸਹਾਇਤਾ ਕਰ ਸਕਦਾ ਹੈ, ਉਹ ਪਰਉਪਕਾਰ ਕਰ ਸਕਦਾ। ਜਿਹਦੇ ਕੋਲ ਧੰਨਵਾਨ ਮਾਇਆ ਹੈ ਉਹ ਦੂਜੇ ਬੰਦੇ ਦੀ, ਗਰੀਬ ਦੀ ਤਰਸਵਾਨ ਹੋ ਕੇ ਮਦਦ ਕਰ ਸਕਦਾ ਹੈ। ਤੇ ਜਿਹੜੇ ਸਧਾਰਨ ਵਿਚਲੀ ਤਰ੍ਹਾਂ ਦੇ ਕਾਰੋਬਾਰੀ ਗ੍ਰਸਤੀ ਲੋਕ ਹਨ, ਉਹ ਮਸਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਉਹਨਾਂ ਦਾ ਹੁੰਦਾ ਹੈ। ਤੇ ਉਦੋਂ ਉਪਰੰਤ ਕਹਿੰਦੇ ਕਿ ਮਹਾਂਪੁਰਖ ਕਹਿੰਦੇ ਵੀ ਜਿਹੜੇ ਇਦੋਂ ਅੱਗੇ ਗ੍ਰਸਤੀ ਕਾਰੋਬਾਰੀ ਆ, ਕਈਆਂ ਦਾ ਆਪਣਾ ਹੀ ਨਿਰਬਾਹ ਮਹਾ ਹੁੰਦਾ ਹੈ। ਜਿਹੜੇ ਤੀਜੀ ਤਰ੍ਹਾਂ ਦੇ ਲੋਕ ਆ ਉਹ ਗਰੀਬ ਆ, ਤੇ ਗਰੀਬ ਲੋਕ ਜਿਹੜੇ ਉਹ ਮਸਾਂ ਆਪ ਹੀ ਆਪਣਾ ਪ੍ਰਸ਼ਾਦਾ ਜਿਹੜਾ ਉਹਨਾਂ ਨੂੰ ਨਸੀਬ ਹੁੰਦਾ ਹੈ। ਉਹਨਾਂ ਨੇ ਪਰਉਪਕਾਰ ਵਿਚਾਰਿਆਂ ਨੇ ਕੀ ਕਰਨਾ, ਕਈ ਐਸੇ ਲੋਕ ਜਿਨ੍ਹਾਂ ਨੂੰ ਆਪ ਹੀ ਮਸਾਂ ਪ੍ਰਸ਼ਾਦਾ ਨਸੀਬ ਹੁੰਦਾ ਹੈ, ਉਹ ਪਰਉਪਕਾਰ ਨਹੀਂ ਕਰ ਸਕਦੇ। ਫਿਰ ਸੰਤ ਜੀ ਇਹ ਵੀ ਦੱਸਿਆ ਕਰਦੇ ਸਨ ਕਿ ਅਸੀਂ ਤੇ ਕਈ ਸਾਲਾਂ ਦੀ ਇਹ ਵਿਚਾਰ ਕੀਤੀ ਉਸ ਵੇਲੇ ਵੀ ਅਸੀਂ ਤੇ ਕਈ ਸਾਲਾਂ ਤੋਂ 8 ਸਾਲ ਹੋ ਗਏ ਆ ਤੇ ਮਹਾਂਪੁਰਖਾਂ ਦੇ ਪਾਸੋਂ ਇਹਨਾਂ ਦੇ ਕੋਲੋਂ ਪ੍ਰਸ਼ਾਦਾ ਛਕ ਕੇ ਤੇ ਵਿਦਿਆ ਪੜ੍ਹੀ ਹੈ, ਬਾਬਾ ਗੇਂਦਾ ਸਿੰਘ ਜੀ ਪਾਸੋਂ। ਇਸ ਲਈ ਨਾ ਤੇ ਅਸੀਂ ਕੋਈ ਧਨ ਹੀ ਜੋੜਿਆ ਹੈ, ਆਪਣੇ ਕੋਲ ਕੋਈ ਧਨ ਵੀ ਨਹੀਂ ਹੈ, ਇਸ ਕਰਕੇ ਧਨ ਦੁਆਰਾ ਕੋਈ ਪਰਉਪਕਾਰ ਸੇਵਾ ਨਹੀਂ ਕਰ ਸਕਦੇ। ਤੇ ਉਸ ਤੋਂ ਵੀ ਕਹਿੰਦੇ ਅਸੀਂ ਅਸਮਰਥ ਹਾਂ, ਪਰ ਨਿਰਾਸ਼ਤਾ ਵਿੱਚ ਨਹੀਂ ਡੁੱਬੇ, ਸਗੋਂ ਇਹ ਪਵਿੱਤਰ ਗੁਰਬਾਣੀ ਯਾਦ ਕੀਤੀ ਹੈ। ਕਹੇ ਕਬੀਰ ਨਿਰਧਨ ਹੈ ਸੋਈ, ਜਾਂ ਕੈ ਹਿਰਦੈ ਨਾਮ ਨਾ ਹੋਈ। ਨਿਰਧਨ ਉਹ ਹੈ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ। ਇਹ ਵਿਚਾਰ ਕੀਤੀ ਹੈ ਕਿ ਸਾਡੇ ਕੋਲ ਕੋਈ ਮਾਇਆ ਨਹੀਂ ਹੈ, ਅਸੀਂ ਕਿਸੇ ਦੇ ਨਾਲ ਕਿਸੇ ਦੀ ਸੇਵਾ ਨਹੀਂ ਕਰ ਸਕਦੇ ਮਾਇਆ ਦੇ ਨਾਲ। ਪਰ ਨਾਲ ਇਹ ਵੀ ਵਿਚਾਰ ਕੀਤੀ ਵੀ ਨਿਰਧਨ ਤੇ ਉਹ ਹੈ ਜਿਹਦੇ ਕੋਲ ਕੋਈ ਰੱਬ ਦਾ ਨਾਮ ਹਿਰਦੇ ਵਿੱਚ ਨਹੀਂ ਹੈ, ਉਹ ਨਿਰਧਨ ਹੈ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋ ਸ੍ਰੀ ਜਪਜੀ ਸਾਹਿਬ ਜੀ ਦੀ ਗੁਰਬਾਣੀ ਵਿੱਚ ਫਰਮਾਇਆ ਹੈ, ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ।
ਜਿਹਨੂੰ ਅਕਾਲ ਪੁਰਖ ਵਾਹਿਗੁਰੂ ਆਪਣੀ ਸਿਫਤ ਸਲਾਹ ਬਖਸ਼ਿਸ਼ ਕਰਦਾ ਏ ਉਹ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ। ਸੋ ਇਹ ਵਿਚਾਰ ਕੀਤੀ ਹੈ। ਇਹ ਵਿਚਾਰ ਕਰਕੇ ਮਹਾਂਪੁਰਖਾਂ ਨੇ ਤੇ ਫਿਰ ਸੋਚਿਆ ਵੀ ਆਪਾਂ ਕਥਾ ਕੀਰਤਨ ਰਾਹੀਂ ਸੰਗਤਾਂ ਦੀ ਸੇਵਾ ਕਰੀਏ। ਏਦਾਂ ਆਪਾਂ ਗੁਰ ਇਤਿਹਾਸ ਰਾਹੀਂ ਕਥਾ ਕੀਰਤਨ ਰਾਹੀਂ ਗੁਰੂ ਨਾਨਕ ਦਾ ਸੁਨੇਹਾ ਜਿਹੜਾ ਉਹ ਸੰਗਤਾਂ ਤੱਕ ਪਹੁੰਚਾ ਕਰਕੇ ਤੇ ਆਪਾਂ ਸੇਵਾ ਕਰ ਸਕਦੇ ਹਾਂ। ਸੋ ਇਸੇ ਤਰ੍ਹਾਂ ਮਹਾਂਪੁਰਖਾਂ ਨੇ ਫਿਰ ਵਿਚਾਰ ਕੀਤੀ। ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਹੈ ਨਾ, ਮਿਥਿਆ ਤਨ ਨਹੀਂ ਪਰ ਉਪਕਾਰਾ। ਸੰਤ ਜੀ ਕਹਿੰਦੇ ਵਿਚਾਰ ਅਸੀਂ ਕੀਤੀ ਕਿ ਵੈਰਾਗੀ ਮਨ ਦੀ ਐਸੀ ਦੌੜ ਜਿਹੜੀ ਪ੍ਰਮਾਤਮਾ ਦੇ ਨਾਲ ਸਿਮਰਨ ਰਾਹੀਂ ਅਭੇਦਤਾ ਜਿਹੜੀ ਪ੍ਰਪੱਕ ਹੋ ਜਾਣ ਤੇ ਮੁੱਕ ਜਾਂਦੀ ਹੈ। ਮਨੁੱਖ ਸਿਮਰਨ ਕਰਦਾ ਹੈ, ਆਤਮਾ ਦਾ ਪ੍ਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਤੇ ਕਹਿੰਦੇ ਜਿਹੜਾ ਸਰੀਰ ਮਿਲਿਆ ਹੈ ਨਾ, ਇਹ ਸੇਵਾ ਨਾਲ ਸਫਲ ਹੋਣਾ ਹੈ। ਸਿਮਰਨ ਕਰਾਂਗੇ, ਜਿਹੜੀ ਆਤਮਾ ਹੈ ਉਹਦਾ ਪ੍ਰਮਾਤਮਾ ਨਾਲ ਮੇਲ ਹੋ ਜਾਵੇਗਾ, ਅਭੇਦਤਾ ਹੋ ਜਾਵੇਗੀ। ਪਰ ਜਿਹੜਾ ਸਰੀਰ ਪਰਮੇਸ਼ਰ ਨੇ ਦਿੱਤਾ ਹੈ ਨਾ, ਇਹਨੂੰ ਵੀ ਸਫਲ ਕਰਨਾ ਹੈ। ਇਹ ਸਫਲ ਹੁੰਦਾ ਹੈ ਸੇਵਾ ਦੇ ਨਾਲ, ਪਰਉਪਕਾਰ ਦੇ ਨਾਲ। ਨਹੀਂ ਤੇ ਫਿਰ ਇਹ ਮਿਥਿਆ ਹੈ। ਮਿਥਿਆ ਤਨ ਨਹੀਂ ਪਰਉਪਕਾਰਾ, ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਹੈ। ਤੇ ਸੰਤ ਜੀ ਨੇ ਵਿਚਾਰ ਕੀਤੀ ਹੈ, ਜੇ ਗੁਰਬਾਣੀ ਪੜ੍ਹੀ ਹੈ, ਅਭਿਆਸ ਕੀਤਾ ਹੈ ਨਾ, ਉਹਦੇ ਉੱਤੇ ਅਮਲ ਵੀ ਕੀਤਾ ਹੈ ਕਿ ਸਿਮਰਨ ਕਰਕੇ ਆਪਣੇ ਆਤਮਾ ਨੂੰ ਤੇ ਪ੍ਰਮਾਤਮਾ ਨਾਲ ਮਿਲ ਲੈਣਾ ਹੈ। ਪਰ ਇਹ ਸਰੀਰ ਜਿਹੜਾ ਇਹਨੂੰ ਵੀ ਸਫਲਿਆ ਕਰਨਾ ਹੈ। ਮਹਾਰਾਜ ਦੀ ਗੁਰਬਾਣੀ ਦੀਆਂ ਪੰਕਤੀਆਂ ਦੀ ਵਿਚਾਰ ਕੀਤੀ ਹੈ। ਮਿਥਿਆ ਤਨ ਨਹੀਂ ਪਰਉਪਕਾਰਾ। ਜੇ ਪਰਉਪਕਾਰ ਨਾ ਕੀਤਾ ਇਹ ਸਰੀਰ ਮਿਥਿਆ ਹੈ। ਇਹਨੂੰ ਸਰੀਰ ਨੂੰ ਵੀ ਸਫਲਿਆ ਕਰਨਾ ਹੈ, ਦੇਹ ਨੂੰ ਵੀ। ਇਸ ਕਰਕੇ ਇਹ ਸੋਚਿਆ ਵੀ ਇਹ ਵਿਚਾਰ ਕੀਤੀ ਵੀ ਆਪਾਂ ਸ਼ਾਦੀ ਕਰਕੇ ਗ੍ਰਸਤੀ ਨਹੀਂ ਬਣਨਾ ਤੇ ਤਿਆਗੀ ਰਹਿ ਕੇ ਤੇ ਪਰਉਪਕਾਰ ਹੀ ਕਮਾਉਣੇ ਹਨ। ਇਉਂ ਆ ਕੇ ਸੰਤ ਜੀ ਨੇ ਫਿਰ ਨਿਰਣੇ ਨਾਲ ਦੱਸਿਆ ਕਿ ਸਾਨੂੰ ਗ੍ਰਸਤ ਤੋਂ ਕੋਈ ਨਫ਼ਰਤ ਨਹੀਂ ਹੈ। ਇਸ ਕਰਕੇ ਨਹੀਂ ਅਸੀਂ ਤਿਆਗੀ ਬਣਨਾ ਕਿ ਸਾਨੂੰ ਕੋਈ ਨਫ਼ਰਤ ਹੈ, ਨਾ ਇਹਨੂੰ ਬੁਰਾ ਹੀ ਜਾਣਿਆ ਹੈ, ਬਲਕਿ ਇਹ ਖਿਆਲ ਨਾਲ ਕਿ ਇੱਕ ਪਾਸੇ ਹੋ ਕੇ ਪੂਰੀ ਤਰ੍ਹਾਂ ਦੇ ਨਾਲ ਪਰਉਪਕਾਰ ਜਾਂ ਸੇਵਾ ਕਰਨ ਦੀ ਉਮੰਗ ਪੂਰੀ ਹੋ ਸਕਦੀ ਹੈ। ਮਹਾਂਪੁਰਖ ਦੱਸਿਆ ਕਰਦੇ ਵੀ ਅਗਰ ਗ੍ਰਸਤ ਨਾਲ ਕੋਈ ਨਫ਼ਰਤ ਹੁੰਦੀ ਤੇ 30-32 ਸਾਲ ਤੱਕ ਤਿਆਗੀ ਰਹਿ ਕੇ ਪ੍ਰਚਾਰ ਮਗਰੋਂ ਗੁਰੂ ਨਾਨਕ ਸਾਹਿਬ ਜੀ ਮੁੜ ਆਪਣੇ ਪਰਿਵਾਰ ਪਾਸ ਘਰੇ ਆ ਨਾ ਵਸਦੇ। ਜੇ ਕੋਈ ਨਫ਼ਰਤ ਹੁੰਦੀ ਤੇ ਇਸ ਤੋਂ ਨਿਸ਼ਚਿਤ ਹੁੰਦਾ ਹੈ ਕਿ ਮਨ ਕਰਕੇ ਮਹਾਬਲੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਦੇਸ਼ ਸੇਵਾ ਧਰਮ ਪ੍ਰਚਾਰ ਜਾਂ ਪਰਉਪਕਾਰ ਕਰਨ ਦੀ ਖਾਸ਼ ਵਿੱਚ ਗ੍ਰਸਤੀ ਬਣ ਕੇ ਗ੍ਰਸਤ ਦਾ ਵੀ 30-32 ਸਾਲ ਤਿਆਗ ਕਰਨਾ ਪਿਆ। ਤਾਂ ਆਪਣੀ ਇਸ ਖਾਸ਼ ਨੂੰ ਪੂਰਾ ਕਰਨ ਲਈ ਮਹਾਂਪੁਰਖ ਸੋਚਿਆ ਵੀ ਆਪਾਂ ਪਹਿਲਾਂ ਹੀ ਤਿਆਗੀ ਬਣ ਜਾਈਏ, ਗ੍ਰਸਤੀ ਹੋਈਏ ਹੀ ਨਾ। ਇਹ ਵਿਚਾਰ ਜਿਹੜੀ ਹੈ ਇਹ ਮਨ ਵਿੱਚ ਕਰ ਲਈ ਹੈ। ਹੁਣ ਮਨ ਵਿੱਚ ਪੱਕਾ ਕਰ ਲਿਆ ਵੀ ਆਪਾਂ ਤਿਆਗੀ ਬਣਨਾ ਹੈ, ਆਪਾਂ ਗ੍ਰਸਤ ਧਾਰਨ ਨਹੀਂ ਕਰਨਾ। ਜਦੋਂ ਇਹ ਵਿਚਾਰ ਮਨ ਵਿੱਚ ਆਇਆ, ਇਹ ਵਿਚਾਰ ਮਨ ਵਿੱਚ ਆਉਂਦਿਆਂ ਅਚਾਨਕ ਹੀ ਨਾ ਸੰਤਾਂ ਦੇ ਮਨ ਵਿੱਚ ਇੱਕ ਹੋਰ ਵਿਚਾਰ ਆ ਗਿਆ। ਉਸ ਵਿਚਾਰ ਨੇ ਝੁੰਝਲਾ ਦਿੱਤਾ ਮਹਾਂਪੁਰਖਾਂ ਨੂੰ। ਮਹਾਂਪੁਰਖਾਂ ਨੇ ਫੈਸਲਾ ਕੀਤਾ ਮਨ ਵਿੱਚ, ਆਪਣੇ ਮਨ ਨਾਲ ਫੈਸਲਾ ਕੀਤਾ ਕਿ ਚੱਲ ਆਪਾਂ ਬਾਬਾ ਗੇਂਦਾ ਸਿੰਘ ਜੀ ਨੂੰ ਕਹਿ ਕਰਕੇ ਤੇ ਇਹਨਾਂ ਕੋ ਖੁਸ਼ੀ ਲੈ ਕੇ ਤੇ ਚੱਕਰਵਰਤੀ ਹੋ ਜਾਈਏ। ਪਹਿਲਾਂ ਇਹ ਫੈਸਲਾ ਕੀਤਾ ਕਿ ਆਪਾਂ ਮਹਾਂਪੁਰਖਾਂ ਦੇ ਪਾਸੋਂ ਖੁਸ਼ੀ ਲੈ ਕੇ ਤੇ ਚੱਕਰਵਰਤੀ ਹੋ ਜਾਈਏ। ਚੱਕਰਵਰਤੀ ਹੋ ਕਰਕੇ ਤੇ ਜਾ ਕਰਕੇ ਸੰਗਤਾਂ ਦੇ ਵਿੱਚ ਪ੍ਰਚਾਰ ਕਰੀਏ
ਕਿਉਂਕਿ ਮਹਾਂਪੁਰਖਾਂ ਨੂੰ ਜਦੋਂ ਲਾਗੇ ਲਾਗੇ ਪਿੰਡਾਂ ਵਿੱਚ ਵੀ ਭੇਜ ਦਿਆ ਕਰਦੇ ਸੀ ਬਾਬਾ ਗੇਂਦਾ ਸਿੰਘ ਜੀ, ਸੰਗਤਾਂ ਦੇ ਨਾਲ ਇੰਨਾ ਪਿਆਰ ਬਣ ਗਿਆ। ਹੁਣ ਮਹਾਂਪੁਰਖਾਂ ਦਾ ਜੀ ਕਰਦਾ ਕਿ ਇਸੇ ਤਰ੍ਹਾਂ ਹੀ ਜਿਹੜੀ ਹੈ ਪਿੰਡੋ ਪਿੰਡੀ ਜਾ ਕੇ ਸੇਵਾ ਕਰੀਏ, ਸੰਗਤਾਂ ਨੂੰ ਪ੍ਰੇਰਿਤ ਕਰਕੇ ਤੇ ਸਤਿਗੁਰੂ ਜੀ ਦੇ ਨਾਲ ਜੋੜੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰੀਏ। ਜਿਉਂ-ਜਿਉਂ ਸੰਤ ਜੀ ਕੀਰਤਨ ਕਰਨਾ ਸ਼ੁਰੂ ਕੀਤਾ ਤਿਉਂ-ਤਿਉਂ ਸਵਾਦ ਵੱਧਦਾ ਹੀ ਜਾ ਰਿਹਾ ਹੈ। ਹੁਣ ਖਿਆਲ ਇਹੀ ਆ ਰਿਹਾ ਹੈ ਕਿ ਆਪਣੇ ਵਿਦਿਆ ਗੁਰੂ ਸੰਤ ਗੇਂਦਾ ਸਿੰਘ ਤੋਂ ਆਗਿਆ ਲੈ ਲਈਏ। ਇਦਾਂ ਕਰਦਿਆਂ ਇੱਕ ਦਿਨ ਮਹਾਂਪੁਰਖਾਂ ਦੇ ਅੰਦਰ ਅਚਾਨਕ ਹੀ ਫੁਰਨਾ ਫੁਰਿਆ ਵੀ ਆਪਾਂ ਇਹ ਸੋਚ ਰਹੇ ਹਾਂ ਵੀ ਮਹਾਂਪੁਰਖਾਂ ਕੋਈ ਛੁੱਟੀ ਲੈ ਕੇ ਤੇ ਚੱਕਰਵਰਤੀ ਹੋ ਜਾਈਏ, ਗ੍ਰਸਤੀ ਤਿਆਗ ਦੀਏ, ਤਿਆਗੀ ਬਣ ਜਾਈਏ ਤੇ ਜਾ ਕਰਕੇ ਸੰਗਤਾਂ ਨੂੰ ਕਥਾ ਕੀਰਤਨ ਸੁਣਾ ਕੇ ਸੇਵਾ ਕਰੀਏ। ਹੁਣ ਮਨ ਵਿੱਚ ਵਿਚਾਰ ਐਸਾ ਇੱਕ ਆਇਆ, ਫੁਰਨਾ ਆਇਆ ਕਿ ਜਿਸ ਮਾਤਾ ਪਿਤਾ ਨੇ ਜਨਮ ਦਿੱਤਾ ਏ, ਕਸ਼ਟ ਸਹਾਰ ਕੇ ਪਾਲਿਆ ਏ, ਤੇ ਫਿਰ ਵਿਦਿਆ ਗੁਰੂ ਦੇ ਕੋਲ ਵਿਚਾਰ ਵਿੱਚ ਨਿਪੁੰਨ ਕਰਨ ਵਾਸਤੇ ਮਹਾਂਪੁਰਖਾਂ ਦੇ ਸਪੁਰਦ ਕੀਤਾ ਹੈ ਸਾਨੂੰ, ਤੇ ਇਹਨਾਂ ਨੇ ਵੀ ਪੱਲਿਓਂ ਖਵਾ ਕੇ ਇਸ ਯੋਗ ਬਣਾਇਆ ਏ। ਸਗੋਂ ਮੇਰੇ ਪਿਤਾ ਦੇ ਭਰੋਸੇ ਨੂੰ ਸਫਲਾ ਕਰਕੇ ਦੱਸਿਆ ਏ ਇਹਨਾਂ ਨੇ ਕਿ ਮੇਰੇ ਪਿਤਾ ਜੀ ਜੇ ਇੱਥੇ ਛੱਡ ਕੇ ਗਏ ਆ ਨਾ, ਤੇ ਮੇਰੇ ਪਿਤਾ ਦੇ ਭਰੋਸੇ ਨੂੰ ਸਫਲਾ ਕੀਤਾ, ਮੈਨੂੰ ਸਾਰੀ ਸੰਥਿਆ ਕਰਾਈ ਹੈ, ਮੈਨੂੰ ਪੜ੍ਹਾਇਆ ਏ ਗਿਆਨੀ ਬਾਬਾ ਗੇਂਦਾ ਸਿੰਘ ਜੀ ਨੇ। ਤੇ ਹੁਣ ਮਨ ਵਿੱਚ ਇਹ ਵਿਚਾਰ ਆਈ ਹੈ ਕਿ ਇਹ ਸਭ ਕੁਝ ਮੇਰੀ ਬਾਬਤ ਕੀਤਾ ਏ, ਐਸਾ ਕਰਨਾ ਜਾਂ ਸੋਚਣਾ ਇਹ ਮੇਰੇ ਵਾਸਤੇ ਕੀਤਾ ਹੈ। ਤੇ ਹੁਣ ਸੋਚਣ ਲੱਗੇ ਕਿ ਆਪਣੇ ਪਿਤਾ ਜੀ ਦੀ ਖਾਸ ਜੋ ਹੈ ਨਾ, ਜੋ ਸੁਗੜ ਬਣ ਕੇ ਮੈਂ ਉਹਨਾਂ ਦੀ ਸੇਵਾ ਕਰਦਾ ਹੋਇਆ ਹਰ ਤਰ੍ਹਾਂ ਦਾ ਸੁਖਦਾਈ ਹੋ ਸਕਾਂ। ਹਰ ਕੋਈ ਮਾਂ ਪਿਓ ਹੀ ਸੋਚਦਾ ਹੈ ਨਾ ਕਿ ਮੇਰਾ ਪੁੱਤਰ ਸੇ ਕੰਮ ਜੋਗਾ ਹੋ ਜੇ, ਕੋਈ ਵੀ ਕੰਮ ਕਰਦਾ ਉਹ ਜੋਗਾ ਹੋ ਜੇ, ਤੇ ਜਦੋਂ ਕੰਮ ਕਾਜ ਜੋਗਾ ਹੋ ਜਾਵੇਗਾ ਉਹ ਸਿਆਣਾ ਹੋਵੇਗਾ, ਮੇਰੇ ਨਾਲ ਹੱਥ ਵਟਾਵੇਗਾ। ਹਰ ਕੋਈ ਜਿਹੜਾ ਮਾਂ ਪਿਓ ਹੈ ਉਹ ਇਹੀ ਵਿਚਾਰ ਕਰਦਾ ਹੈ ਕਿ ਪੁੱਤਰ ਵੱਡਾ ਹੋਵੇਗਾ, ਮੇਰਾ ਹੱਥ ਵਟਾਵੇਗਾ। ਸੋ ਹੁਣ ਕਹਿੰਦੇ ਵੀ ਮੇਰੇ ਵੀ ਪਿਤਾ ਦੇ ਮਨ ਵਿੱਚ ਹੋਵੇਗਾ, ਮਾਤਾ ਪਿਤਾ ਦੇ, ਤੇ ਜੇ ਮੈਂ ਉਹਨਾਂ ਨੂੰ ਦੱਸੇ ਬਿਨਾਂ ਹੀ ਚਲੇ ਗਿਆ ਤੇ ਇਹ ਵੀ ਸਹੀ ਨਹੀਂ ਹੈ। ਹੁਣ ਵਿਚਾਰ ਕਰਨ ਲੱਗੇ ਕਿ ਮੈਂ ਆਗਿਆ ਪਾ ਕੇ ਮਹਾਂਪੁਰਖਾਂ ਦੀ ਪਹਿਲਾਂ ਆਪਣੇ ਪਿਤਾ ਦੇ ਪਾਸ ਪਿੰਡ ਜਾਵਾਂ, ਕਿਉਂਕਿ 8 ਸਾਲ ਹੋ ਗਏ ਨੇ ਇੱਥੇ ਆਇਆਂ ਨੂੰ। 8 ਸਾਲਾਂ ਦੇ ਵਿੱਚ ਇੱਕ ਵਾਰੀ ਵੀ ਮਹਾਂਪੁਰਖ ਆਪਣੇ ਪਿੰਡ ਨਹੀਂ ਗਏ। 8 ਸਾਲ ਇੱਥੇ ਪੜ੍ਹਾਈ ਕਰਦੇ ਰਹੇ ਲਗਾਤਾਰ। ਸੋ ਹੁਣ ਵਿਚਾਰ ਮਨ ਵਿੱਚ ਕੀਤੀ ਹੈ ਕਿ ਜੇ ਹੁਣ ਆਪਣੇ ਮਾਤਾ ਪਿਤਾ ਤੋਂ ਬੇਮੁਖ ਹੋਣਾ ਹੈ ਜੇ ਮੈਂ ਦੱਸ ਕੇ ਨਾ ਗਿਆ, ਐਸੀ ਹਾਲਤ ਵਿੱਚ ਮਾਤਾ ਪਿਤਾ ਨੂੰ ਨਿਰਾਸ਼ਤਾ ਵਿੱਚ ਡੁੱਬ ਕੇ ਕਿਸੇ ਹੋਰ ਪਾਸੇ ਤੁਰ ਪੈਣਾ ਠੀਕ ਨਹੀਂ ਹੈ। ਤਦ ਸ਼ਾਇਦ ਮੈਂ ਆਪਣੇ ਕੀਤੇ ਅਭਿਆਸ ਜਾਂ ਪਰਉਪਕਾਰ ਦੇ ਪ੍ਰਯਾਸ ਵਿੱਚ ਵੀ ਪੂਰਾ ਸਫਲ ਨਾ ਹੋ ਸਕਾਂਗਾ। ਇਹ ਅੰਦਰ ਅੰਤਰੀਵ ਇੱਕ ਫੁਰਨਾ ਉਪਜਿਆ ਹੈ ਮਨ ਵਿੱਚ। ਇਹ ਫੁਰਨਾ ਉਪਜਿਆ ਹੈ ਵੀ ਜੇ ਮੈਂ ਆਪਣੇ ਮਾਤਾ ਪਿਤਾ ਨੂੰ ਦੱਸਿਆ ਹੀ ਨਾ, ਉਹ ਇਸ ਗੱਲੋਂ ਦੁਖੀ ਹੋਏ, ਤੇ ਹੋ ਸਕਦਾ ਜਿਹੜੇ ਕਾਰਜ ਨੂੰ ਮੈਂ ਚੱਲਿਆ ਇਹ ਮੇਰਾ ਸਫਲਾ ਹੋਵੇ ਹੀ ਨਾ। ਹੁਣ ਮਨ ਵਿੱਚ ਵਿਚਾਰਦੇ ਹਨ ਕਿ ਹੁਣ ਮੈਂ ਮਹਾਂਪੁਰਖਾਂ ਤੋਂ ਆਗਿਆ ਲੈ ਕੇ ਤੇ ਆਪਣੇ ਪਿੰਡ ਜਾਵਾਂ। ਫਿਰ ਮਹਾਂਪੁਰਖਾਂ ਨੇ ਜਾ ਕੇ ਬੇਨਤੀ ਕੀਤੀ ਹੈ ਬਾਬਾ ਗੇਂਦਾ ਸਿੰਘ ਜੀ ਦੇ ਪਾਸ ਕਿ ਮਹਾਂਪੁਰਖੋ, ਮੇਰੇ ਮਨ ਵਿੱਚ ਇੱਕ ਖਿਆਲ ਹੈ ਕਿ ਮੈਂ ਜਾ ਕੇ ਆਪਣੇ ਮਾਤਾ ਪਿਤਾ ਦੀ ਕੁਝ ਸਮਾਂ ਸੇਵਾ ਕਰਾਂ।
ਉਸ ਤੋਂ ਉਪਰੰਤ ਫਿਰ ਮੈਂ ਗੁਰੂ ਘਰ ਦੀ ਸੇਵਾ ਕਰਾਂਗਾ। ਤੇ ਗਿਆਨੀ ਬਾਬਾ ਗੇਂਦਾ ਸਿੰਘ ਜੀ ਨੇ ਸੰਤਾਂ ਦੇ ਪਾਸੋਂ ਇਹ ਗੱਲ ਸੁਣੀ ਹੈ, ਸੁਣ ਕੇ ਖੁਸ਼ ਹੋਏ ਹਨ ਤੇ ਨਾਲ ਹੀ ਜਦੋਂ ਇਹ ਗੱਲ ਸੁਣੀ ਨਾ ਤੇ ਬਾਬਾ ਗੇਂਦਾ ਸਿੰਘ ਜੀ ਨੇ ਨਾਲ ਹੀ ਆਗਿਆ ਦੇ ਦਿੱਤੀ ਹੈ। ਕਹਿਣ ਲੱਗੇ ਜਾਓ, ਜਿਵੇਂ ਮਨ ਕਰਦਾ ਹੈ ਜਾ ਕੇ ਆਪਣੇ ਪਿਤਾ ਦੇ ਪਾਸ ਜਾ ਕੇ ਉਹਨਾਂ ਦੀ ਸੇਵਾ ਕਰੋ। ਜਦੋਂ ਇਹ ਆਗਿਆ ਪਾ ਲਈ ਫਿਰ ਚਲੇ ਗਏ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ। ਬਾਬਾ ਗੇਂਦਾ ਸਿੰਘ ਜੀ ਨੂੰ ਨਾਲ ਲੈ ਕੇ ਨਾ ਤੇ ਤੁਰਨ ਤੋਂ ਪਹਿਲਾਂ ਘੜਿਆਲ ਪਿੰਡ ਜੋ ਸਤਿਗੁਰੂ ਜੀ ਦਾ ਦਰਬਾਰ ਸੀ ਨਾ, ਅੰਦਰ ਚਲੇ ਗਏ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਸ। ਦੋਵੇਂ ਹੱਥ ਜੋੜ ਕੇ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ हे ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਕੀਤੀ ਹੈ ਜੋ ਮੈਂ ਇਸ ਅਸਥਾਨ ਤੇ ਰਹਿ ਕਰਕੇ ਪਾਵਨ ਪਵਿੱਤਰ ਗੁਰਬਾਣੀ ਦੀ ਤੇ ਇਤਿਹਾਸ ਦੀ ਸੰਥਿਆ ਕੀਤੀ ਹੈ, ਕੀਰਤਨ ਸਿੱਖਿਆ ਹੈ, ਆਪ ਜੀ ਨੇ ਕਿਰਪਾ ਕੀਤੀ ਹੈ। ਹੁਣ ਸਤਿਗੁਰੂ ਜੀ ਮੈਨੂੰ ਆਗਿਆ ਦੇਵੋ, ਮੇਰੀ 20 ਸਾਲ ਦੀ ਉਮਰ ਹੋ ਚੁੱਕੀ ਹੈ ਤੇ ਮੈਂ 10 ਸਾਲ ਦੇ ਅਰਸੇ ਵਿੱਚ 10 ਸਾਲ ਜਿਹੜੇ ਅਗਲੇ ਹਨ ਮੈਂ ਆਪਣੇ ਮਾਤਾ ਪਿਤਾ ਦੀ ਆਗਿਆ ਦੇ ਅਨੁਸਾਰ ਆਪਣੇ ਮਾਤਾ ਪਿਤਾ ਦੇ ਪਾਸ ਜਾ ਕਰਕੇ ਸੇਵਾ ਕਰਾਂ। ਜੋ ਮੇਰੇ ਮਾਤਾ ਪਿਤਾ ਦੀ ਖਾਹਿਸ਼ ਹੈ, ਜੋ ਉਹਨਾਂ ਦੇ ਮਨ ਵਿੱਚ ਹੋਵੇ, ਮੈਂ ਜਾ ਕਰਕੇ ਤੇ ਉਹਨਾਂ ਦੇ ਪਾਸ ਸੇਵਾ ਕਰਾਂ। ਤੇ ਨਾਲ ਇਹ ਅਰਦਾਸ ਵਿੱਚ ਇਹ ਵੀ ਗੱਲ ਕਹੀ ਕਿ ਸੱਚੇ ਪਾਤਸ਼ਾਹ ਜੀ, ਆਪ ਜੀ ਕਿਰਪਾ ਕਰਿਓ, ਮੈਂ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਤੇ ਕਰਾਂ, ਉਹਨਾਂ ਦੀ ਇੱਛਾ ਅਨੁਸਾਰ ਜੋ ਕਹਿਣ ਕਰ ਸਕਾਂ। ਤੇ ਇਸ 10 ਸਾਲ ਦੇ ਅਰਸੇ ਵਿੱਚ ਮੈਂ ਆਪਣੀ ਪ੍ਰਚਾਰ ਕਰਨ ਦੀ ਖਾਸ਼ ਨੂੰ ਵੀ ਦੁਨੀਆਦਾਰੀ ਵਿੱਚ ਫਸ ਕੇ ਭੁੱਲ ਨਾ ਜਾਵਾਂ। ਕਿਤੇ ਇਹ ਨਾ ਹੋਵੇ ਮੈਂ ਦੁਨੀਆਦਾਰੀ ਵਿੱਚ ਜਾ ਕੇ ਤੇ ਇਹ ਪ੍ਰਚਾਰ ਕਰਨ ਦੀ ਆਪਣੀ ਖਾਹਿਸ਼ ਨੂੰ ਭੁੱਲ ਨਾ ਜਾਵਾਂ। ਇਹਨਾਂ 30 ਸਾਲਾਂ ਤੋਂ ਉੱਪਰ ਦੀ ਜਿੰਨੀ ਵੀ ਮੇਰੀ ਉਮਰ ਆਪ ਜੀ ਨੇ ਬਖਸ਼ੀ, ਉਹ ਮੈਂ ਸਾਰੀ ਦੀ ਸਾਰੀ ਤੇਰੀ ਸੇਵਾ ਕਰਦਿਆਂ ਸੁਰਖਰੋਈ ਨਾਲ ਬਤੀਤ ਕਰਾਂ। ਬਸ ਇਹੋ ਮੇਰੀ ਖਾਸ਼ ਹੈ ਕਿ ਆਪਣੀ ਸੇਵਾ ਲੈਂਦਿਆਂ ਨਾ ਵਿਸਾਰੀ ਇਹ ਭੌਜਲ ਵਿੱਚੋਂ ਪਾਰ ਉਤਾਰੀ। ਫਿਰ ਸੰਤ ਜੀ ਨੇ ਇਹ ਅਰਦਾਸ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਸ ਜਾ ਕੇ ਬਾਬਾ ਗੇਂਦਾ ਸਿੰਘ ਜੀ ਨੂੰ ਨਾਲ ਖੜ ਕੇ ਤੇ ਅਰਦਾਸ ਕੀਤੀ ਵੀ 8 ਸਾਲ ਮੈਂ ਇਸ ਅਸਥਾਨ ਤੇ ਪ੍ਰਸ਼ਾਦੇ ਛਕ ਕੇ ਤੇ ਸੇਵਾ ਕੀਤੀ ਹੈ ਤੇ ਨਾਲ ਗੁਣ ਪ੍ਰਾਪਤ ਕੀਤਾ ਏ ਤੇ ਹੁਣ 20 ਸਾਲ ਦੀ ਜਿਹੜੀ ਉਮਰ ਹੋ ਗਈ ਹੈ। ਅਗਲੇ ਜਿਹੜੇ 10 ਸਾਲ ਆ 30 ਸਾਲ ਦੀ ਉਮਰ ਤੱਕ ਹੁਣ ਮੈਂ ਆਪਣੇ ਪਿੰਡ ਦੇਸੂ ਮਲਕਾਣੇ ਜਾ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਕੇ ਉਹਨਾਂ ਦੀਆਂ 10 ਸਾਲ ਖੁਸ਼ੀਆਂ ਪ੍ਰਾਪਤ ਕਰਾਂ। ਉਸ ਤੋਂ ਉਪਰੰਤ ਜਦੋਂ ਮੈਂ 30 ਸਾਲ ਦਾ ਹੋ ਜਾਵਾਂ ਤੇ ਮੈਂ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਜਾਵਾਂਗਾ। ਫਿਰ ਜਿੱਥੇ ਕਿਤੇ ਵੀ ਸਮਾਂ ਮਿਲਿਆ ਮੈਂ ਜਾ ਕਰਕੇ ਸੇਵਾ ਕਰਾਂ। ਤੇ ਇਸ 10 ਸਾਲ ਦੇ ਵਿੱਚ ਮੈਂ ਆਪਣੇ ਘਰ ਆਪਣੇ ਰਹਿੰਦਿਆਂ ਮਾਤਾ ਪਿਤਾ ਦੇ ਪਾਸ ਕਿਤੇ ਇਹ ਨਾ ਹੋਵੇ ਕਿ ਮੈਂ ਆਪ ਜੀ ਦੀ ਸੇਵਾ ਪ੍ਰਚਾਰ ਕਰਨਾ ਭੁੱਲ ਨਾ ਜਾਵਾਂ। ਇਸ ਕਰਕੇ ਕਿਰਪਾ ਕਰਿਓ 30 ਸਾਲਾਂ ਤੋਂ ਬਾਅਦ ਵਿੱਚ ਮੇਰੀ ਜਿੰਨੀ ਵੀ ਉਮਰ ਹੈ ਨਾ ਉਹ ਸਾਰੀ ਆਪ ਜੀ ਦੀ ਸੇਵਾ ਕਰਦਿਆਂ ਕਥਾ ਕੀਰਤਨ ਕਰਦਿਆਂ ਮੇਰੀ ਉਹ ਨਿਭ ਜਾਵੇ। ਇਹੀ ਅਰਦਾਸ ਹੈ ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ। ਇਹ ਕਹਿ ਕਰਕੇ ਉਪਰੰਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਹਿ ਕਰਕੇ ਅਰਦਾਸ ਦੀ ਸੰਪੂਰਨਤਾ ਕੀਤੀ ਹੈ। ਤੇ ਉਪਰੰਤ ਆਪਣੇ ਨਗਰ ਦੇਸੂ ਮਲਕਾਣੇ ਨੂੰ ਹੁਕਮ ਲੈ ਕੇ ਸਤਿਗੁਰਾਂ ਜੀ ਦੇ ਪਾਸੋਂ ਮੁੱਖ ਵਾਕ ਪੜ੍ਹ ਕੇ ਫਿਰ ਆਪਣੇ ਨਗਰ ਨੂੰ ਤੁਰ ਪਏ ਹਨ। ਸੋ ਇਥੋਂ ਤੱਕ ਦਾ ਮਹਾਂਪੁਰਖਾਂ ਦੇ ਜੀਵਨ ਦਾ ਇਤਿਹਾਸ ਆਪ ਜੀ ਨੇ ਅੱਜ ਸਰਵਣ ਕੀਤਾ ਹੈ।
ਅਗਲਾ ਆਪ ਜੀ ਕੱਲ ਨੂੰ ਸਰਵਣ ਕਰੋਗੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ, ਅਗਾਂਹ ਵਾਸਤੇ ਸਮਤ ਬਖਸ਼ਣ। ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।